ਦੁਬਦਾ ਦੂਰ ਕਰੋ ਲਿਵ ਲਾਇ। ਗੁਰਮੁਖ ਬੈਸੋ ਸਫਾ ਵਿਛਾਈ। ਦੁਬਦਾ ਦੂਰ ਕਰੋ ਲਿਵ ਲਾਇ। ਦੁਬਦਾ ਦੂਰ ਹੋਵੇਗੀ ਲਿਵ ਲਾਉਣ ਦੇ ਨਾਲ। ਸ਼ਬਦ ਦੀ ਵਿਚਾਰ ਕਰਕੇ ਨਹੀਂ, ਚਰਚਾ ਕਰਕੇ ਦੁਬਦਾ ਦੂਰ ਨਹੀਂ ਹੋਵੇਗੀ। ਹੁਣ ਜਿਹੜਾ ਗਰਭ ਦੇ ਵਿੱਚ ਬੱਚਾ ਸੀ, ਉਹਦੇ ਕੋਲ ਕਿਹੜੇ ਸ਼ਬਦ ਸਨ? ਬਿਨਾਂ ਸ਼ਬਦਾਂ ਤੋਂ ਹੀ ਉਹਦੀ ਲਿਵ ਲੱਗੀ ਹੋਈ ਸੀ ਨਾ। ਲਿਵ ਛੁਟਕੀ ਲਾਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਹ ਬਾਹਰ ਆਇਆ ਤੇ ਸ਼ਬਦ ਸਿੱਖੇ, ਮਾਤਾ ਪਿਤਾ ਨੇ ਸਿਖਾਏ, ਪਰਿਵਾਰ ਨੇ ਸਿਖਾਏ। ਫਿਰ ਹੌਲੀ ਹੌਲੀ ਉਹ ਸਕੂਲ ਦੇ ਵਿੱਚ ਗਿਆ ਤੇ ਉੱਥੇ ਸ਼ਬਦ ਸਿੱਖੇ, ਭਾਸ਼ਾ ਸਿੱਖੀ। ਭਾਸ਼ਾ ਦੀ ਵਿਚਾਰ ਦੇ ਵਿੱਚ ਉਹ ਪੈ ਗਿਆ, ਉਹਦੀ ਲਿਵ ਟੁੱਟ ਗਈ। ਜਦੋਂ ਭਾਸ਼ਾ ਨਹੀਂ ਸੀ ਸਿੱਖੀ, ਸ਼ਬਦ ਨਹੀਂ ਸਨ ਕੋਈ ਵੀ, ਉਦੋਂ ਲਿਵ ਜੁੜੀ ਹੋਈ ਸੀ। ਤੇ ਬਾਹਰ ਭਾਸ਼ਾ ਸਿੱਖ ਲਈ ਤੇ ਤ੍ਰਿਸ਼ਨਾ ਪੈਦਾ ਹੋ ਗਈ ਤੇ ਲਿਵ ਟੁੱਟ ਗਈ। ਹੁਣ ਲਿਵ ਨੂੰ ਫਿਰ ਜੋੜਨਾ ਹੈ ਤੇ ਫਿਰ ਕੀ ਕਰਨਾ ਪਵੇਗਾ? ਫਿਰ ਵਾਪਸ ਆਉਣਾ ਪਵੇਗਾ। ਐਸਾ ਨਹੀਂ ਹੈ ਵੀ ਭਾਸ਼ਾ ਭੁੱਲ ਜਾਵੇਗੀ, ਨਹੀਂ, ਸਿਮਰਤੀ ਦੇ ਤਲ ਤੇ ਭਾਸ਼ਾ ਯਾਦ ਹੀ ਰਹੇਗੀ। ਕਬੀਰ ਜੀ ਨੂੰ ਵੀ ਯਾਦ ਸੀ, ਗੁਰੂ ਨਾਨਕ ਦੇਵ ਜੀ ਨੂੰ ਯਾਦ ਸੀ, ਪਰ ਜੋ ਯਾਦ ਸੀ ਨਾ, ਉਹ ਸਿਮਰਤੀ ਦੇ ਤਲ ਤੇ ਉਹਦੇ ਨਾਲ ਉਹ ਜੁੜਦੇ ਨਹੀਂ ਹਨ। ਉਹ ਭਾਸ਼ਾ ਤੋਂ, ਸ਼ਬਦ ਤੋਂ ਪਾਰ ਚਲੇ ਜਾਂਦੇ ਹਨ। ਸ਼ਬਦ ਵਿਸ਼ਾ ਹੈ ਮਨ ਦਾ, ਬੁੱਧੀ ਦਾ, ਤੇ ਮਨ ਬੁੱਧੀ ਤੋਂ ਪਿੱਛੇ ਜਾਂਦਾ ਹੈ ਨਾ ਜਿਹੜਾ, ਉਹਦੀ ਫਿਰ ਲਿਵ ਜੁੜਦੀ ਹੈ ਤੇ ਉਹਦੀ ਦੁਬਦਾ ਦੂਰ ਹੁੰਦੀ। ਤੇ ਮਨ ਦੇ ਤਲ ਤੇ ਵਿਚਾਰ ਕਰਕੇ ਦੁਬਦਾ ਦੂਰ ਨਹੀਂ ਹੁੰਦੀ ਹੈ, ਦੁਬਦਾ ਵੱਧਦੀ ਹੈ। ਇਵੇਂ ਹੀ ਕਬੀਰ ਜੀ ਦੇ ਸਮੇਂ ਪੰਡਿਤ ਕਰਦੇ ਸਨ। ਹੁਣ ਕਬੀਰ ਜੀ ਦੀ ਦੁਬਦਾ ਦੂਰ ਹੋ ਗਈ ਹੈ, ਲਿਵ ਲੱਗ ਗਈ, ਉਹਨਾਂ ਨੇ ਜਾਣ ਲਿਆ। ਤੇ ਜੋ ਜਾਣਿਆ ਹੈ ਨਾ, ਉਹ ਕਹਿ ਰਹੇ ਹਨ, ਉਹ ਕਹਿ ਰਹੇ ਹਨ ਅੱਖਾਂ ਦੇ ਨਾਲ ਦੇਖਿਆ ਹੋਇਆ। ਆਂਖਨ ਦੇਖੀ, ਕਬੀਰ ਜੀ ਕਹਿੰਦੇ ਹਨ, ਦੇਖਿਆ ਸੀ, ਉਹ ਕਿਹਾ ਹੈ। ਪਰ ਪੰਡਿਤ ਉਹਨੂੰ ਸੁਣ ਕੇ ਫਿਰ ਸ਼ਾਸਤਰਾਂ ਦੇ ਵਿੱਚ ਉਦਾਹਰਣ ਲੱਭਦੇ ਹਨ ਕਿ ਕਬੀਰ ਜੀ ਜੋ ਕਹਿ ਰਹੇ ਹਨ ਠੀਕ ਹੈ ਕਿ ਗਲਤ ਹੈ। ਫਿਰ ਸ਼ਾਸਤਰਾਂ ਦੇ ਵਿੱਚ ਜਿਹੜੇ ਪਿੱਛੇ ਗਿਆਤਾ ਹੋਏ ਹਨ, ਪਿੱਛੇ ਜਿਨ੍ਹਾਂ ਨੇ ਜਾਣਿਆ ਹੈ, ਉਹਨਾਂ ਨੇ ਕਿਹਾ ਹੈ ਤੇ ਉਹ ਉਹਨਾਂ ਦੇ ਸਮੇਂ ਦਾ ਹੈ। ਕਬੀਰ ਜੀ ਨੇ ਹੁਣੇ ਹੁਣੇ ਜਾਣਿਆ ਹੈ, ਹੁਣੇ ਹੁਣੇ ਨਿਕਲੇ ਹਨ ਸੰਸਾਰ ਦੇ ਵਿੱਚ, ਤਾਂ ਉਹਨਾਂ ਦਾ ਅਨੁਭਵ ਹੁਣ ਦਾ ਹੈ। ਪਰ ਪੰਡਿਤ ਕੀ ਕਰਦਾ ਹੈ? ਉਹ ਉਹਨਾਂ ਨੂੰ ਹੁਣ ਨਹੀਂ ਸੁਣਦਾ ਹੈ, ਉਹ ਜੋ ਪਿੱਛੇ ਹੋ ਚੁੱਕੇ ਹਨ ਉਹਨਾਂ ਨੂੰ ਸੁਣਦਾ ਹੈ, ਪੜ੍ਹਦਾ ਹੈ। ਉਹ ਬੋਲਦਾ ਹੈ ਕਾਨੋਂ ਸੁਣੀ, ਸੁਣਿਆ ਹੋਇਆ ਸ਼ਾਸਤਰ, ਪੜ੍ਹਿਆ ਹੋਇਆ ਸ਼ਾਸਤਰ, ਤਾਂ ਉਹ ਪਿੱਛੇ ਵਿਚਾਰਦਾ ਹੈ ਜਾ ਕੇ।
ਹੁਣ ਪਿਛਲੇ ਸਮੇਂ ਦੇ ਵਿੱਚ ਜਿਹੜਾ ਸੰਸਾਰ 'ਚੋਂ ਨਿਕਲਿਆ ਹੋਵੇਗਾ ਉਹਦੀਆਂ ਸਮੱਸਿਆਵਾਂ ਹੋਰ ਹੋਣਗੀਆਂ। ਉਹ ਕਿਹੜੇ ਢੰਗ ਨਾਲ ਨਿਕਲਿਆ ਹੈ, ਕਿੱਦਾਂ ਉਹ ਨਿਕਲਿਆ ਹੈ, ਕਿੱਦਾਂ ਉਹਨੇ ਜਾਣਿਆ ਹੈ, ਉਹਨੇ ਆਪਣਾ ਅਨੁਭਵ ਲਿਖ ਦਿੱਤਾ। ਹੁਣ ਕਬੀਰ ਜੀ ਬਿਲਕੁਲ ਇਸ ਸਮੇਂ ਦੇ ਵਿੱਚ ਹਨ, ਜਿਸ ਸਮੇਂ ਦੇ ਵਿੱਚ ਪੰਡਤ ਹਨ। ਤੋ ਕਹਿੰਦੇ ਹਨ ਵੀ ਅਸੀਂ ਇਸ ਢੰਗ ਦੇ ਨਾਲ ਨਿਕਲੇ ਹਾਂ, ਆਹ ਰਸਤਾ ਹੈ ਸੰਸਾਰ 'ਚੋਂ ਨਿਕਲਣ ਦਾ, ਸੰਸਾਰ 'ਚੋਂ ਤਰਨ ਦਾ, ਪਾਰ ਜਾਣ ਦਾ। ਪਰ ਪੰਡਤ ਕੀ ਕਰਦਾ ਹੈ ਨਾ, ਉਹ ਪੁਰਾਣੇ ਰਸਤਿਆਂ ਦੀ ਚਰਚਾ ਕਰਦਾ ਹੈ। ਇਹ ਜਿਹੜਾ ਨਵਾਂ ਰਸਤਾ ਹੈ ਨਾ, ਉਹਦੀ ਸਮਝ ਵਿੱਚ ਨਹੀਂ ਆਉਂਦਾ, ਕਿਉਂਕਿ ਪੁਰਾਣੇ ਰਸਤਿਆਂ ਦੀ ਚਰਚਾ ਬਹੁਤ ਕਰਦੇ ਹਨ, ਨਾਲੇ ਉਹਨਾਂ 'ਤੇ ਸ਼ਰਧਾ ਵੀ ਹੁੰਦੀ, ਸਾਮੂਹਿਕ ਪ੍ਰਚਾਰ ਹੁੰਦਾ, ਉਹਨਾਂ ਨੂੰ ਕੋਈ ਗਲਤ ਵੀ ਨਹੀਂ ਕਹਿੰਦੇ। ਹੁਣ ਕਬੀਰ ਜੀ ਨੂੰ ਤੁਸੀਂ ਗਲਤ ਕਹੋਗੇ, ਗਲਤ ਹੈ ਵੀ ਨਹੀਂ, ਪਰ ਕਬੀਰ ਜੀ ਆਪਣੇ ਸਮੇਂ ਦੇ ਹਿਸਾਬ ਨਾਲ ਠੀਕ ਸਨ। ਹੁਣ ਅਜੋਕਾ ਸਮਾਂ ਜੋ ਹੈ, ਇਹ ਸਮੇਂ ਦੇ ਆਧਾਰ 'ਤੇ ਜਦੋਂ ਬੋਲਿਆ ਜਾਂਦਾ ਹੈ, ਤੇ ਇਹ ਸਮੇਂ ਦੇ ਆਧਾਰ 'ਤੇ ਹੀ ਸੁਣਿਆ ਜਾਵੇਗਾ। ਪਰ ਹੁਣ ਜਿਹੜੀਆਂ ਸਮੱਸਿਆਵਾਂ ਹਨ, ਹੁਣ ਤੁਸੀਂ ਚੱਲੋਗੇ ਜਦੋਂ ਪਰਮਾਰਥ ਵੱਲ ਨੂੰ, ਤਾਂ ਉਦੋਂ ਤੁਹਾਨੂੰ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਆਉਣਗੀਆਂ, ਕਿਵੇਂ ਕਿਵੇਂ ਤੁਸੀਂ ਚੱਲ ਸਕਦੇ ਹੋ, ਕਿਵੇਂ ਇਹ ਜੰਜਾਲ 'ਚੋਂ ਨਿਕਲ ਸਕਦੇ ਹੋ। ਇਹ ਤਾਂ ਮੌਜੂਦਾ ਸਮੇਂ ਦੇ ਅੰਦਰ ਹੁਣ ਹੀ ਦੱਸਣਾ ਪਵੇਗਾ ਨਾ। ਤੇ ਜੋ ਹੁਣ ਦੱਸਿਆ ਜਾਵੇਗਾ ਪੁਰਾਣੇ ਸ਼ਾਸਤਰਾਂ 'ਚ ਥੋੜ੍ਹੀ ਲਿਖਿਆ ਹੋਇਆ। ਹੁਣ ਪੁਰਾਣੇ ਕਿਸੇ ਵੀ ਸ਼ਾਸਤਰ ਦੇ ਵਿੱਚ ਇਹ ਗੱਲ ਨਹੀਂ ਲਿਖੀ ਹੋਵੇਗੀ ਵੀ ਟੈਲੀਫੋਨ ਦੀ ਵਰਤੋਂ ਘੱਟ ਕਰਨੀ। ਲਿਖੀ ਹੈ ਕਿਤੇ? ਕਿਤੇ ਵੀ ਨਹੀਂ ਲਿਖੀ ਵੀ ਨੈੱਟ ਘੱਟ ਚਲਾਉਣਾ ਹੈ। ਜਿਹੜੀ ਗੱਲ ਪਿੱਛੇ ਲਿਖੀ ਨਹੀਂ ਹੈ, ਤੁਸੀਂ ਕਹੋਗੇ ਤੇ ਉਹ ਹੁਣ ਸ਼ਾਸਤਰ ਤੋਂ ਉਲਟ ਗੱਲ ਬੋਲ ਰਿਹਾ ਹੈ। ਸ਼ਾਸਤਰ ਦੇ ਵਿੱਚ ਜੋ ਪਿੱਛੇ ਸੀ ਉਹ ਲਿਖਿਆ ਹੋਇਆ, ਤੇ ਜਿਹੜਾ ਜਾਣਦਾ ਹੈ ਨਾ, ਉਹ ਵਰਤਮਾਨ ਦੇ ਵਿੱਚ ਜਾਣਦਾ ਹੈ ਤੇ ਉਦੋਂ ਬੋਲਦਾ ਹੈ। ਤਾਂ ਉਹਦਾ ਹੋ ਸਕਦਾ ਹੈ ਤਾਲਮੇਲ ਸ਼ਾਸਤਰਾਂ ਦੇ ਨਾਲ ਨਾ ਵੀ ਬੈਠੇ, ਨਹੀਂ ਬੈਠੇਗਾ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਨ ਨਾ, ਉਹ ਸ਼ਾਸਤਰਾਂ ਤੋਂ ਵਿਪਰੀਤ ਵੀ ਜਾ ਸਕਦੀਆਂ ਹਨ, ਕਿਉਂਕਿ ਸ਼ਾਸਤਰਾਂ ਦੇ ਵਿੱਚ ਤੇ ਪਿੱਛੇ ਲਿਖਿਆ ਹੋਇਆ। ਫਿਰ ਰਸਤਿਆਂ ਦੀ ਚਰਚਾ ਕਰਕੇ ਕੀ ਸਿੱਧ ਕਰੋਗੇ? ਅਗਰ ਚਰਚਾ ਵੀ ਕੋਈ ਕਰੇ, ਵਿਚਾਰ ਵੀ ਕਰੇ, ਕਿੰਨੇ ਰਸਤੇ ਹਨ, ਕਿੰਨੇ ਮਾਰਗ ਹਨ, ਕਿੰਨੇ ਪੰਥ ਹਨ, ਕਿਹੜਾ ਠੀਕ ਹੈ, ਕੌਣ ਠੀਕ ਹੈ, ਸਿਰਫ ਵਿਚਾਰ ਦੇ ਆਧਾਰ 'ਤੇ ਸਿੱਧ ਕਰਨਾ। ਫਿਰ ਵਿਚਾਰ ਵੀ ਆਪਣਾ ਆਪਣਾ ਹੈ, ਹਰ ਇੱਕ ਦੀ ਸਮਝ ਅਲੱਗਾ ਹੈ। ਇੱਕ ਧਰਮ ਦੇ ਪੰਡਤਾਂ ਦੀ ਵੀ ਨਹੀਂ ਬਣਦੀ। ਦੇਖਿਆ ਇਹ ਹੈ, ਸਿੱਖਾਂ ਦੇ ਵਿੱਚ ਆਪਸ ਦੇ ਵਿੱਚ ਪ੍ਰਚਾਰਕਾਂ ਦਾ ਕਿੰਨਾ ਵਿਰੋਧ ਹੈ। ਆਪਸ ਦੇ ਵਿੱਚ ਵਿਚਾਰਧਾਰਾ ਨਹੀਂ ਮਿਲਦੀ, ਕਿਉਂਕਿ ਸਮਝ ਅਲੱਗਾ, ਵਿਚਾਰ ਅਲੱਗਾ, ਅਤੇ ਸ਼ਬਦਾਂ ਦੇ ਅਰਥ ਵੀ ਅਲੱਗਾ ਅਲੱਗਾ ਹੀ ਹੋਣਗੇ। ਅਤੇ ਸ਼ਬਦਾਂ ਦੇ ਅਰਥ ਕਰਕੇ ਵਿਚਾਰ ਕੇ ਜਿਹੜਾ ਕੋਈ ਸਮਝ ਰਿਹਾ ਹੈ, ਉਹ ਤਾਂ ਆਪਣੇ ਆਪ ਨੂੰ ਹੀ ਸਮਝ ਰਿਹਾ ਹੈ ਨਾ। ਵਿਚਾਰ ਕੇ ਜੋ ਸਮਝ ਵਿੱਚ ਆ ਰਹੀ ਹੈ ਗੱਲ, ਉਹ ਗੁਰੂ ਨਾਨਕ ਦੇਵ ਜੀ ਨੇ ਥੋੜ੍ਹੀ ਕਹੀ, ਉਹ ਤਾਂ ਸਿੱਖ ਆਪ ਸਮਝਦਾ ਹੈ, ਆਪਣੇ ਮਨ ਦੁਆਰਾ, ਬੁੱਧੀ ਦੁਆਰਾ, ਉਹਦੀ ਆਪਣੀ ਹੈ। ਗੁਰੂ ਨਾਨਕ ਦੇਵ ਜੀ ਨੇ ਜੋ ਕਿਹਾ ਹੈ, ਉਹ ਉਦੋਂ ਸਮਝੂਗਾ ਜਦੋਂ ਉਹਨਾਂ ਦੀ ਅਵਸਥਾ ਤੱਕ ਪਹੁੰਚ ਗਿਆ ਤਾਂ।
ਕ੍ਰਿਸ਼ਨ ਨੂੰ ਜਾਣਨਾ ਹੈ ਤੇ ਕ੍ਰਿਸ਼ਨ ਹੋਏ ਤੋਂ ਬਿਨਾਂ ਜਾਣ ਨਹੀਂ ਸਕਦੇ। ਕਿਵੇਂ ਜਾਣੋਗੇ ਕਿ ਉਹਨਾਂ ਨੇ ਠੀਕ ਕਿਹਾ ਸੀ ਕਿ ਗਲਤ ਕਿਹਾ ਸੀ? ਤੇ ਸ਼ਬਦਾਂ ਦੀ ਚਰਚਾ ਦੁਆਰਾ ਕੁਛ ਵੀ ਸਿੱਧ ਨਹੀਂ ਹੁੰਦਾ ਹੈ, ਸਗੋਂ ਦੁਬਿਧਾ ਵੱਧਦੀ ਹੈ, ਉਲਝਣ ਵੱਧਦੀ ਹੈ। ਪਰ ਜਿਹੜੇ ਸ਼ਬਦਾਂ ਦੇ ਜ਼ਿਆਦਾ ਵਿਚਾਰਕ ਹਨ, ਸ਼ਬਦਾਂ ਨਾਲ ਮੋਹ ਹੈ, ਉਹ ਸ਼ਬਦਾਂ ਦੀ ਵਿਚਾਰ ਹੀ ਕਰਦੇ ਰਹਿੰਦੇ, ਗ੍ਰੰਥਾਂ ਦੀ ਵਿਚਾਰ ਹੀ ਕਰਦੇ ਰਹਿੰਦੇ, ਸੁਣਦੇ ਰਹਿੰਦੇ। ਉਹਨਾਂ ਦੇ ਅੰਦਰ ਸ਼ਬਦ ਵੱਧ ਰਹੇ ਹਨ। ਤੇ ਸ਼ਬਦਾਂ ਦਾ ਜਾਲ ਜਿਹੜਾ ਹੈ ਨਾ, ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਤੇ ਹਰ ਇੱਕ ਹੀ ਕੋਈ ਸ਼ਬਦਾਂ ਦੇ ਵਿਚਾਰ ਦੇ ਵਿੱਚ ਹੀ ਉਲਝ ਰਿਹਾ ਹੈ। ਤੇ ਆਦਮੀ ਵਿਚਾਰ ਜ਼ਿਆਦਾ ਕਰੇਗਾ ਤੇ ਪਰੇਸ਼ਾਨ ਵੀ ਜ਼ਿਆਦਾ ਹੋਵੇਗਾ। ਤੇ ਪਰੇਸ਼ਾਨੀਆਂ ਗਾਹਾਂ ਤੋਂ ਗਾਹਾਂ ਦੇਖਿਓ ਤੁਸੀਂ, ਜਿੰਨੇ ਜ਼ਿਆਦਾ ਵਿਚਾਰਕ ਹਨ ਨਾ ਬੁੱਧੀ ਦੇ ਤਲ 'ਤੇ ਸੋਚਣ ਵਾਲੇ, ਜ਼ਿਆਦਾ ਪਰੇਸ਼ਾਨ ਹੋਣਗੇ। ਜਿੰਨੇ ਜ਼ਿਆਦਾ ਵਿਚਾਰ ਵਧਣਗੇ, ਸ਼ਬਦ ਵਧਣਗੇ। ਬਾਹਰ ਪਦਾਰਥ ਵੱਧ ਰਿਹਾ ਹੈ, ਪਦਾਰਥਵਾਦੀ ਯੁੱਗ ਹੈ, ਸੰਸਾਰ 'ਚ ਪਦਾਰਥ ਹੀ ਪਦਾਰਥ ਵਧੀ ਜਾਂਦੇ ਹਨ। ਪਰ ਆਦਮੀ ਦੇ ਸਿਰ ਦੇ ਅੰਦਰ ਵਿਚਾਰ ਵੱਧ ਰਹੇ ਹਨ, ਸ਼ਬਦ ਵੱਧ ਰਹੇ ਹਨ। ਤੇ ਸ਼ਬਦ ਜਿੰਨੇ ਵਧਣਗੇ, ਜਿੰਨੇ ਵਿਚਾਰ ਜ਼ਿਆਦਾ ਹੋਣਗੇ, ਓਨੀ ਅਸ਼ਾਂਤੀ ਜ਼ਿਆਦਾ ਹੋਊਗੀ। ਇਸ ਕਰਕੇ ਵਿਦਵਾਨ ਜਿਹੜੇ ਹਨ, ਪ੍ਰਚਾਰਕ, ਪੰਡਤ ਕਹਿ ਲਈਏ, ਇਹ ਧਿਆਨ ਦੇ ਵਿੱਚ ਨਹੀਂ ਬੈਠ ਸਕਦੇ ਹਨ। ਕਿਵੇਂ ਧਿਆਨ ਲੱਗੂਗਾ, ਕਿਵੇਂ ਮਨ ਟਿਕੂਗਾ ਜਿਹੜਾ ਲਗਾਤਾਰ ਚੱਲ ਰਿਹਾ ਹੈ ਵਿਚਾਰਾਂ ਦੇ ਵਿੱਚ? ਭਾਵੇਂ ਉਹ ਗ੍ਰੰਥੀ ਵਿਚਾਰੀ ਜਾਂਦੇ ਆ, ਚੱਲ ਤੇ ਰਿਹਾ ਹੀ ਨਾ। ਕਿਵੇਂ ਸ਼ਾਂਤ ਹੋਣਗੇ? ਧਿਆਨ ਦੇ ਵਿੱਚ ਬੈਠ ਨਹੀਂ ਸਕਦੇ। ਕੋਈ ਪ੍ਰਚਾਰਕ ਨਹੀਂ ਬਹਿੰਦਾ, ਬੈਠ ਸਕਦਾ ਨਹੀਂ, ਧਿਆਨ ਲੱਗ ਨਹੀਂ ਸਕਦਾ। ਤੇ ਪ੍ਰੇਮ ਇਹਨਾਂ ਦੇ ਅੰਦਰ ਹੈ ਨਹੀਂ, ਭਗਤੀ ਇਹ ਕਰ ਨਹੀਂ ਸਕਦੇ, ਭਾਵਨਾ ਬਿਲਕੁਲ ਨਹੀਂ, ਝੁਕ ਸਕਦੇ ਨਹੀਂ ਕਿਸੇ ਦੇ ਸਾਹਮਣੇ। ਹੰਕਾਰ ਹੈ ਜਾਣਕਾਰੀ ਦਾ, ਵੀ ਮੈਂ ਕੁਛ ਜਾਣਦਾ ਹੈ। ਤੇ ਜਾਣਕਾਰੀ ਕਿਹੜੀ ਹੈ? ਬਾਹਰੋਂ ਗ੍ਰੰਥਾਂ ਦੇ ਵਿੱਚੋਂ ਲਈ ਹੋਈ। ਕੁਛ ਕਿਤੋਂ ਯਾਦ ਕੀਤੇ ਸ਼ਬਦ, ਕੁਛ ਕਿਸੋਂ ਪ੍ਰਮਾਣ ਵੀ ਇਹ ਬਾਹਰੋਂ ਗ੍ਰੰਥਾਂ 'ਚੋਂ ਦਿੰਦੇ ਹਨ। ਕਿੰਨੇ ਕੀ ਕਿਹਾ ਹੈ? ਸਾਰੇ ਸ਼ਬਦ ਬਾਹਰੋਂ ਗ੍ਰੰਥਾਂ 'ਚੋਂ ਇਕੱਠੇ ਕਰ ਕਰਕੇ ਉਹਨਾਂ ਨੂੰ ਜੋੜ ਕੇ ਵਿਚਾਰ ਬਣਾਉਂਦੇ ਹਨ। ਤੇ ਵਿਚਾਰਾਂ ਦੇ ਵਿੱਚ ਆਪ ਵੀ ਉਲਝ ਰਹੇ ਹਨ, ਦੂਸਰਿਆਂ ਨੂੰ ਉਲਝਾਉਂਦੇ ਹਨ। ਚਲੋ ਆਪ ਉਲਝਣ ਤੇ ਵੱਖਰੀ ਗੱਲ ਹੈ, ਵੀ ਆਪਣਾ ਹੀ ਜੀਵਨ ਖਰਾਬ ਹੋਊਗਾ। ਪਰ ਬਹੁਤਿਆਂ ਦਾ ਜੀਵਨ ਪੰਡਿਤ ਖਰਾਬ ਕਰ ਦਿੰਦੇ ਹਨ, ਵਿਚਾਰਾਂ 'ਚ ਹੀ ਉਲਝਾ ਰਹੇ। ਭਾਵੇਂ ਮੈਂ ਵੀ ਰੋਜ਼ ਬੋਲ ਰਿਹਾ ਹਾਂ, ਪਰ ਅਗਰ ਕੋਈ ਧਿਆਨਪੂਰਵਕ ਸੁਣੇਗਾ ਨਾ, ਸਮਝੇਗਾ, ਤਾਂ ਉਹ ਜਾਣੇਗਾ ਕਿ ਮੈਂ ਵਿਚਾਰਾਂ 'ਚੋਂ ਕੱਢ ਰਿਹਾ ਹਾਂ ਤੁਹਾਨੂੰ। ਇਸੇ ਕਰਕੇ ਮੈਂ ਵਾਰ-ਵਾਰ ਕਹਿੰਦਾ ਹਾਂ ਵੀ ਸ਼ਬਦਾਂ ਤੋਂ ਮੁਕਤ ਹੋਣਾ ਹੈ। ਗੁਰੂ ਦੇ ਸ਼ਬਦ ਦੁਆਰਾ ਸੰਸਾਰਿਕ ਸ਼ਬਦ ਪਹਿਲਾਂ ਕੱਢਣੇ ਹਨ। ਗੁਰੂ ਦੇ ਸ਼ਬਦ ਦੇ ਬਾਣ ਦੇ ਨਾਲ, ਜਦੋਂ ਬਾਣ ਵਾਰ-ਵਾਰ ਸ਼ਬਦਾਂ ਦੇ ਵੱਜਦੇ ਹਨ ਨਾ, ਤੀਰ, ਫਿਰ ਅੰਦਰੋਂ ਦੂਸਰੇ ਸ਼ਬਦ ਨਿਕਲਦੇ ਹਨ। ਪਹਿਲਾਂ ਸੰਸਾਰੀ ਸ਼ਬਦ ਸਾਰੇ ਛੁੱਟ ਜਾਂਦੇ। ਤਦ ਇਹ ਕਿਹਾ ਹੈ ਨਾ, ਇੱਕ ਸ਼ਬਦ ਦਾ ਚਿੰਤਨ ਕਰਨਾ, ਜ਼ਿਆਦੇ ਸ਼ਬਦਾਂ ਨੂੰ ਛੱਡਣਾ, ਤਾਂ ਹੀ ਮਨ ਸ਼ਾਂਤ ਹੋਵੇਗਾ।
ਪੁਰਾਣੇ ਸਮਿਆਂ 'ਚ ਜਿਹੜੇ ਧਿਆਨ ਕਰਵਾਇਆ ਕਰਦੇ ਸਨ ਗੁਰਮੁਖ ਪਿਆਰੇ, ਉਹ ਕਹਿੰਦੇ ਸਨ ਪਹਿਲਾਂ ਜਪਜੀ ਸਾਹਿਬ ਜੀ ਦਾ ਪਾਠ ਕਰੋ, ਇੱਥੇ ਧਿਆਨ ਲਾਓ, ਫਿਰ ਛੋਟਾ ਸ਼ਬਦ ਲੈ ਲਓ, ਉਹਦਾ ਜਾਪ ਕਰੋ, ਫਿਰ ਹੋਰ ਛੋਟਾ ਸ਼ਬਦ, ਹੌਲੀ 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 ਧਿਆਨ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਆ। ਇੱਕ ਅੱਖਰ ਕਾਫੀ ਤਾਰਨ ਵਾਸਤੇ। ਇੱਕੋ ਹੀ ਸ਼ਬਦ ਕਾਫੀ ਹੈ। ਪਰ ਸ਼ਬਦਾਂ ਦੀ ਵਿਚਾਰ ਕਰ ਕਰਕੇ ਤੇ ਵਿਚਾਰਾਂ ਹੀ ਵਧਣਗੀ। ਤੇ ਸ਼ਬਦ ਬਾਹਰੋਂ ਫਿਰ ਮੁਕਤੀ ਦਿਵਾਉਂਦਾ ਹੈ। ਸ਼ਬਦ ਦੁਆਰਾ ਬਾਹਰ ਯਾਤਰਾ ਹੁੰਦੀ ਹੈ ਤੇ ਸ਼ਬਦ ਦੁਆਰਾ ਹੀ ਫਿਰ ਅੰਦਰ ਨੂੰ ਯਾਤਰਾ ਹੁੰਦੀ ਹੈ। ਗੁਰੂ ਦੇ ਸ਼ਬਦ ਦੁਆਰਾ ਅੰਦਰ ਨੂੰ ਯਾਤਰਾ ਸ਼ੁਰੂ ਹੋ ਜਾਂਦੀ। ਫਿਰ ਸ਼ਬਦ ਛੱਡਣੇ, ਜਿਵੇਂ ਇੱਕ ਕੰਡਾ ਲੱਗਾ ਹੋਵੇ ਪੈਰ ਦੇ ਵਿੱਚ, ਫਿਰ ਦੂਸਰੇ ਕੰਡੇ ਦੇ ਨਾਲ ਆਪਾਂ ਕੱਢ ਦਿੰਦੇ, ਹੈ ਤੇ ਉਹ ਵੀ ਕੰਡਾ ਹੈ ਪਰ ਉਹਨੂੰ ਕੱਢ ਦੇਈਦਾ। ਇੱਦਾਂ ਹੀ ਸ਼ਬਦ ਦੁਆਰਾ, ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਬਾਕੀ ਸਾਰਿਆਂ ਕੰਡਿਆਂ ਨੂੰ, ਸਾਰਿਆਂ ਵਿਚਾਰਾਂ ਨੂੰ, ਸਾਰੇ ਸ਼ਬਦਾਂ ਨੂੰ ਕੱਢ ਦੇਣਾ। ਕੱਢਣਾ ਕੀ? ਖਿਆਲ ਹਟਾਉਣਾ ਹੈ। ਇੱਕ ਸ਼ਬਦ ਦਾ ਖਿਆਲ ਰਹਿ ਜਾ। ਪਰ ਐਸਾ ਕਰਨਾ ਬਹੁਤ ਕਠਿਨ ਹੈ ਵਿਚਾਰਵਾਨ ਵਾਸਤੇ। ਵਿਚਾਰਕ ਤੇ ਸੋਚਦਾ ਹੈ ਜਿੰਨਾ ਮੈਂ ਜ਼ਿਆਦਾ ਵਿਚਾਰੂੰਗਾ, ਸਮਝੂੰਗਾ, ਓਨਾ ਮੈਨੂੰ ਗਿਆਨ ਹੋਊਗਾ, ਤੇ ਗਿਆਨ ਹੋ ਗਿਆ ਤੇ ਮੈਂ ਜਾਣ ਲੂੰਗਾ। ਪਰ ਗਿਆਨ ਜਿਹੜਾ ਹੈ ਬਾਹਰੋਂ ਪੜ੍ਹਿਆ ਸੁਣਿਆ, ਉਹਦੇ ਦੁਆਰਾ ਥੋੜ੍ਹੀ ਜਾਣੋਗੇ ਤੁਸੀਂ। ਉਹ ਤੇ ਜਾਣਕਾਰੀ, ਰਸਤਿਆਂ ਦੀ ਜਾਣਕਾਰੀ ਮਿਲ ਜੂਗੀ, ਤੇ ਰਸਤੇ ਤੇ ਚੱਲ ਕੇ ਹੀ ਰਸਤੇ ਨੂੰ ਜਾਣੋਗੇ। ਤੇ ਰਸਤਿਆਂ ਦੀ ਚਰਚਾ ਕਰਕੇ ਵੀ ਰਸਤਾ ਸਮਝ ਵਿੱਚ ਨਹੀਂ ਆਉਂਦਾ ਜਿੰਨਾ ਚਿਰ ਚੱਲੋਗੇ ਨਹੀਂ। ਪੂਛਤ ਹੈ ਪਥਕ ਮਾਰਗ ਨਾ ਤਰੇ ਪਗ, ਪ੍ਰੀਤਮ ਕੇ ਦੇਸ ਕੈਸੇ ਬਾਤਨ ਸੇ ਜਾਈ। ਚੱਲੋਗੇ ਤੇ ਚੱਲ ਕੇ ਹੀ ਪਤਾ ਲੱਗੂਗਾ ਨਾ ਵੀ ਰਸਤਾ ਠੀਕ ਹੈ ਕਿ ਨਹੀਂ। ਸਿਰਫ ਵਿਚਾਰ ਕਰਕੇ ਥੋੜ੍ਹੀ ਵੀ ਤੁਸੀਂ ਸੋਚੀ ਜਾਓ, ਵਿਚਾਰੀ ਜਾਓ। ਫਿਰ ਬਾਹਰਲੇ ਰਸਤਿਆਂ ਨੂੰ ਤੁਸੀਂ ਵਿਚਾਰ ਵੀ ਸਕਦੇ ਹੋ, ਨਕਸ਼ੇ ਤੋਂ ਬਣੇ ਹੋਏ, ਪਰ ਅੰਦਰਲਾ ਜਿਹੜਾ ਮਾਰਗ ਹੈ ਨਾ, ਇਹ ਹਰ ਇੱਕ ਦਾ ਹੀ ਭਿੰਨ ਹੈ। ਇਹ ਚੱਲ ਕੇ ਹੀ ਪਤਾ ਲੱਗਦਾ ਹੈ ਤੁਹਾਨੂੰ, ਬਿਨਾਂ ਚੱਲਿਆ ਨਹੀਂ। ਚੱਲੋਗੇ ਤਾਂ ਹੀ ਨਾ ਪਤਾ ਲੱਗੇਗਾ ਵੀ ਠੀਕ ਕਿਹਾ ਜਾ ਰਿਹਾ ਹੈ ਕਿ ਨਹੀਂ ਠੀਕ ਕਿਹਾ ਜਾ ਰਿਹਾ। ਉੱਦਾਂ ਕੀ ਕਸੌਟੀ। ਤੇ ਬਾਹਰੋਂ ਪੁਸਤਕਾਂ ਪੜ੍ਹ ਕੇ, ਸੁਣ ਕੇ, ਵਿਚਾਰ ਕੇ ਦੁਬਿਧਾ ਦੂਰ ਨਹੀਂ ਹੋਵੇਗੀ, ਸ਼ਾਂਤ ਨਹੀਂ ਹੋਵੇਗਾ ਕੋਈ ਵੀ। ਅੰਦਰ ਜਾ ਕੇ ਹੀ ਸ਼ਾਂਤੀ ਮਿਲਦੀ, ਲਿਵ ਲਾ ਕੇ ਹੀ ਦੁਬਿਧਾ ਦੂਰ ਹੁੰਦੀ। ਤੇ ਜਿੰਨਾ ਕੋਈ ਬਾਹਰੋਂ ਪੜ੍ਹਨਾ, ਸੁਣਨਾ, ਵਿਚਾਰਨਾ, ਬੋਲਣਾ ਘੱਟ ਆਉਂਦਾ ਹੈ ਨਾ, ਓਨਾ ਹੀ ਉਹ ਸ਼ਾਂਤ ਹੁੰਦਾ ਹੈ। ਇਹ ਬਹੁਤ ਖਿਆਲ ਵਿੱਚ ਰੱਖਣ ਯੋਗ ਹੈ। ਜਿੰਨਾ ਤੁਸੀਂ ਘੱਟ ਬੋਲੋਗੇ, ਘੱਟ ਸੁਣੋਗੇ, ਘੱਟ ਪੜ੍ਹੋਗੇ, ਘੱਟ ਦੇਖੋਗੇ, ਓਨੇ ਹੀ ਤੁਸੀਂ ਸ਼ਾਂਤ ਹੁੰਦੇ ਜਾਓ। ਤੇ ਜਦੋਂ ਅੰਦਰ ਸ਼ਾਂਤ ਹੋ ਗਏ ਨਾ, ਲਿਵ ਲੱਗ ਗਈ ਤੁਹਾਡੀ, ਤੁਹਾਨੂੰ ਸਾਰੇ ਹੀ ਗ੍ਰੰਥ ਸਮਝ ਵਿੱਚ ਆ ਜਾਣੇ। ਫਿਰ ਗ੍ਰੰਥਾਂ ਨੂੰ ਫੋਲਣ ਦੀ ਲੋੜ ਨਹੀਂ ਹੈ ਵੀ ਕਿਹੜੇ ਗ੍ਰੰਥ ਠੀਕ ਕਹਿ ਰਿਹਾ ਹੈ, ਕਿਹੜਾ ਗਲਤ ਕਹਿ ਰਿਹਾ ਹੈ।
ਕਿਉਂਕਿ ਤੁਸੀਂ ਜਾਣ ਲੈਣਾ ਹੈ। ਅਤੇ ਜਦੋਂ ਜਾਣ ਲੈਂਦਾ ਹੈ ਨਾ ਆਦਮੀ, ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਵੀ ਪੁਰਾਣੇ ਵੀ ਜਿਹੜੇ ਗ੍ਰੰਥ ਹਨ, ਜਿਨ੍ਹਾਂ ਨੇ ਜਾਣਿਆ ਸੀ ਉਹਨਾਂ ਨੇ ਠੀਕ ਹੀ ਜਾਣਿਆ ਸੀ, ਪਰ ਉਹ ਪੁਰਾਣੇ ਰਸਤੇ ਹਨ। ਤੋ ਪੁਰਾਣੇ ਰਸਤੇ ਜਿਹੜੇ ਹਨ ਉਹ ਅਜੋਕੇ ਸਮੇਂ ਦੇ ਵਿੱਚ ਨਹੀਂ ਕੰਮ ਆਉਂਦੇ ਹਨ। ਹੁਣ ਆਦਮੀ ਹੋਰ ਹੈ, ਆਦਮੀ ਦੀ ਵਿਚਾਰਧਾਰਾ ਹੋਰ ਹੈ। ਦੇਖੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੁਣ ਸਮਾਂ ਦੇਖੋ ਕਿੰਨਾ ਵਿਕਸਿਤ ਹੋ ਗਿਆ। ਤੇ ਅਜੋਕੇ ਸਮੇਂ 'ਚ ਜੋ ਪਰੇਸ਼ਾਨੀਆਂ ਹਨ, ਜੋ ਸਮੱਸਿਆਵਾਂ ਹਨ, ਉਹ ਦਿਖਦੀਆਂ ਹਨ ਨਾ ਸਾਹਮਣੇ। ਅਤੇ ਜਿਹੜਾ ਚੱਲਣ ਵਾਲਾ ਹੈ ਉਹਨੂੰ ਸੁਚੇਤ ਕੀਤਾ ਜਾਂਦਾ ਹੈ ਵੀ ਇੱਦਾਂ ਤੂੰ ਚੱਲ ਸਕਦਾ ਹੈ, ਸਾਵਧਾਨੀ ਦੇ ਨਾਲ। ਅਤੇ ਚੱਲਣਾ ਤਾਂ ਹੋਣੀ ਹੀ ਹੈ ਨਾ, ਅਤੇ ਚੱਲ ਚੱਲ ਕੇ ਹੀ ਸਮਝੋਗੇ। ਜਿਵੇਂ ਆ ਕਿਸੇ ਨੇ ਓਸ਼ੋ ਦੀ ਰਿਕਾਰਡਿੰਗ ਵੀ ਪਾਈ ਹੋਈ ਹੈ, ਅਤੇ ਓਸ਼ੋ ਦੇ ਸੰਨਿਆਸੀ ਵੀ ਪੜ੍ਹੀ ਸੁਣੀ ਜਾਂਦੇ ਹਨ। ਉਹਨਾਂ ਦੇ ਨਾਲ ਤੁਸੀਂ ਗੱਲ ਕਰਕੇ ਦੇਖੋ, ਗੱਲ ਨਾ ਕਰਨ ਦੇਣਗੇ। ਸਾਰੇ ਹੀ ਪੰਡਿਤ ਬਣੇ ਪਏ ਹਨ, ਬੜਾ ਗਿਆਨ ਹੈ ਉਹਨਾਂ ਨੂੰ। ਪੜ੍ਹ ਪੜ੍ਹ ਕੇ, ਸੁਣ ਸੁਣ ਕੇ, ਵਿਚਾਰ ਵਿਚਾਰ ਕੇ ਅਜੋਕੇ ਸਮੇਂ 'ਚ ਗਿਆਤਾ ਜ਼ਿਆਦਾ ਹਨ, ਪੰਡਿਤ ਬਹੁਤ ਜ਼ਿਆਦਾ ਹਨ, ਪ੍ਰਚਾਰਕ ਵੀ ਬਹੁਤ ਹਨ, ਵਿਚਾਰਕ ਵੀ ਬਹੁਤ, ਪਰ ਲਿਵ ਲਾਉਣ ਵਾਲਾ ਕੋਈ ਨਹੀਂ ਹੈ। ਅਤੇ ਓਸ਼ੋ ਨੇ ਠੀਕ ਕਿਹਾ ਹੈ ਕਿ ਨਹੀਂ ਠੀਕ ਕਿਹਾ ਹੈ, ਇਹ ਵੀ ਤੁਸੀਂ ਕਿਵੇਂ ਜਾਣੋਗੇ? ਅਤੇ ਜਿੰਨਾ ਤੁਸੀਂ ਘੱਟ ਪੜ੍ਹੋਗੇ, ਘੱਟ ਸੁਣੋਗੇ, ਘੱਟ ਵਿਚਾਰੋਗੇ, ਘੱਟ ਬੋਲੋਗੇ, ਓਨੇ ਹੀ ਸ਼ਾਂਤ ਹੋਵੋਗੇ। ਇਸੇ ਕਰਕੇ ਮੈਂ ਰਿਕਾਰਡਿੰਗ ਇੱਕੋ ਹੀ ਪਾਉਂਦਾ ਹਾਂ, ਛੋਟੀ ਜਿਹੀ, ਵੀ ਜ਼ਿਆਦਾ ਨਾ ਤੁਸੀਂ ਉਲਝੋ ਸ਼ਬਦਾਂ ਦੇ ਵਿੱਚ। ਅਤੇ ਉਹ ਵੀ ਹੌਲੀ ਹੌਲੀ ਮੈਂ ਲਾਸਟ 'ਚ ਕਹਿ ਦਿੰਦਾ ਹੁੰਦਾ ਵੀ ਇਹਨਾਂ ਸ਼ਬਦਾਂ ਨੂੰ ਛੱਡ ਕੇ ਤੇ ਅੰਦਰ ਨੂੰ ਜਾਣਾ ਹੈ। ਅਤੇ ਮੈਂ ਤਾਂ ਬਹੁਤ ਘੱਟ ਬੋਲਣਾ ਚਾਹੁੰਦਾ। ਹੌਲੀ ਹੌਲੀ ਮੈਂ ਹੋਰ ਵੀ ਘੱਟ ਕਰਨਾ ਹੈ ਬੋਲਣਾ। ਤੁਸੀਂ ਸੁਣਨ ਨੂੰ ਤਿਆਰ ਹੋ ਜਾਓ, ਬਿਨਾਂ ਬੋਲਿਆਂ ਵੀ ਅਗਰ ਤੁਸੀਂ ਸੁਣ ਸਕੋ ਤਾਂ ਫਿਰ ਬੋਲਣ ਦੀ ਵੀ ਲੋੜ ਨਹੀਂ, ਬਿਨ ਬੋਲਿਆਂ ਵੀ ਕੰਮ ਚੱਲ ਸਕਦਾ। ਜਿੰਨੇ ਸ਼ਾਂਤ ਹੋਵੋਗੇ ਓਨੇ ਸਮਝੋਗੇ।